ਜਿਹੜੇ ਚਲੇ ਜਾਂਦੇ ਆ ਉਹਨਾਂ ਨੂੰ ਵਾਪਿਸ ਤਾਂ ਨਹੀਂ ਲਿਆ ਸਕਦੇ, ਪਰ ਕੋਈ ਕੋਈ ਮਿੱਠੀਆਂ ਮਿੱਠੀਆਂ ਯਾਦਾਂ ਸਾਨੂੰ ਹਮੇਸ਼ਾ ਉਹਨਾਂ ਦੀ ਯਾਦ ਕਰਵਾਉਂਦੀਆਂ ਰਹਿੰਦੀਆਂ। ਗੱਲ ਕੋਈ 50 ਸਾਲ ਜਾਂ ਮੈਂ ਕਹਾਂ 60 ਸਾਲ पुरानी ही समझ लो। आई एम 66 नाउ। और ये कहानी या ਇਹ ਯਾਦ ਜਿਹੜੀ ਹੈ ਉਦੋਂ ਦੀ ਹੈ ਜਦੋਂ ਮੈਂ ਸ਼ਾਇਦ 10 ਸਾਲਾਂ ਦੀ ਹੋਵਾਂਗੀ। ਤਾਂ ਤੁਸੀਂ ਲਗਾ ਸਕਦੇ ਹੈ ਕਿ ਇਹ 51 ਸਾਲ ਪੁਰਾਣੀ ਗੱਲ ਹੈ। ਮੈਂ 10-11 ਸਾਲ ਦੀ ਹੋਵਾਂਗੀ ਅਤੇ ਮੇਰੀ ਛੋਟੀ ਭੈਣ 4-5 ਸਾਲਾਂ ਦੀ। ਮੈਨੂੰ ਪੱਕਾ ਯਾਦ ਏਜ ਤਾਂ ਨਹੀਂ ਆ ਰਿਹਾ, ਪਰ ਮੇਰੀ ਯਾਦ ਵਿੱਚ ਜੋ ਮੈਮਰੀ ਹੈ, ਜੋ ਮੇਰੀ ਸਟੋਰੀ ਹੈ ਬਚਪਨ ਦੀ, ਉਹ ਹਾਲੇ ਵੀ ਮੇਰੇ ਅੱਖਾਂ ਦੇ ਸਾਹਮਣੇ ਉਵੇਂ ਦੀ ਉਵੇਂ ਨਜ਼ਰ ਆ ਰਹੀ ਹੈ ਜਿਵੇਂ ਇਹ ਕੱਲ੍ਹ ਦੀ ਗੱਲ ਹੋਵੇ। 51 ਸਾਲ ਪਹਿਲਾਂ ਦੀ ਗੱਲ ਸੁਣਾਉਂਦੇ ਹਾਂ ਅੱਜ। ਸੁਣਾ ਸਕਾਂਗੀ ਜਾਂ ਨਹੀਂ, ਪਰ ਸੁਣਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੀ। ਮੇਰੀ ਮੰਮੀ ਪਤਾ ਨਹੀਂ ਕਿਉਂ ਸਾਲ 'ਚ 1-2 ਵਾਰੀ ਆਪਣੇ ਮਾਇਕੇ ਚਲੀ ਜਾਂਦੀ ਸੀ ਅਤੇ ਕਈ ਦਿਨ ਨਹੀਂ ਆਉਂਦੀ ਸੀ। ਸ਼ਾਇਦ 10 ਦਿਨ ਕਹਿ ਕੇ ਜਾਂਦੀ ਸੀ, 5 ਦਿਨ ਕਹਿ ਕੇ ਜਾਂਦੀ ਸੀ, ਤਾਂ 15 ਦਿਨ ਲਗਾ ਕੇ ਹੀ ਵਾਪਿਸ ਆਉਂਦੀ ਸੀ। ਉਸ ਸਮੇਂ ਵੀ ਮੇਰੀ ਮੰਮੀ ਆਪਣੀ ਮੰਮੀ ਕੋਲ ਗਈ ਹੋਈ ਸੀ ਅਤੇ ਦੋਨਾਂ ਬੇਟੀਆਂ ਨੂੰ ਪਾਪਾ ਜੀ ਕੋਲ ਛੱਡ ਕੇ ਛੋਟੇ ਭਾਈ ਨੂੰ ਲੈ ਕੇ ਗਈ ਹੋਣੀ, ਸ਼ਾਇਦ ਪਤਾ ਨਹੀਂ ਕਿਉਂ ਗਈ ਹੋਣੀ। ਛੋਟੀਆਂ ਜਵਾਕੜੀਆਂ ਨੂੰ ਛੱਡ ਕੇ ਉਹਦਾ ਦਿਲ ਵੀ ਕਿਵੇਂ ਕਰਦਾ ਹੋਣਾ ਆਪਣੀ ਮਾਂ ਦੇ ਘਰ ਜਾਣ ਨੂੰ। ਪਤਾ ਨਹੀਂ ਕਿਉਂ ਗਈ ਹੋਣੀ, ਮੈਨੂੰ ਹੁਣ ਤੱਕ ਨਹੀਂ ਸਮਝ ਆਈ ਕਿ ਕਿਉਂ ਗਈ ਹੋਣੀ। ਪਰ ਇੱਕ ਬਾਪ ਦੇ ਸਹਾਰੇ ਛੱਡ ਕੇ ਜਾਇਆ ਵੀ ਜਾ ਸਕਦਾ ਹੈ, ਕਿਉਂਕਿ ਮਾਂ ਦਾ ਮਾਂ ਨੂੰ ਮਿਲਣ ਨੂੰ ਦਿਲ ਕਰਦਾ ਹੀ ਹੁੰਦਾ। ਬੱਚੇ ਛੱਡ ਕੇ ਜਾਣਾ ਤਾਂ ਮੈਨੂੰ ਹੁਣ ਤੱਕ ਵੀ ਨਹੀਂ ਸਮਝ ਆ ਰਿਹਾ ਕਿ 2 ਛੋਟੀਆਂ ਕੁੜੀਆਂ 10-11 ਸਾਲ ਦੀ ਕੁੜੀ ਹੋਵੇ ਅਤੇ ਦੂਜੀ 5 ਸਾਲ ਦੀ ਹੋਵੇ, ਉਹਨੂੰ ਬਾਪ ਦੇ ਸਹਾਰੇ ਜਿਹੜਾ ਸਾਰਾ ਦਿਨ ਨੌਕਰੀ ਕਰਦਾ ਸੀ ਕਿਵੇਂ ਛੱਡ ਕੇ ਚਲ ਗਈ ਹੋਣੀ। ਪਰ ਮੈਨੂੰ ਉਹ ਕਹਾਣੀ ਪੂਰੀ ਤਰ੍ਹਾਂ ਯਾਦ ਹੈ, ਜਿਸ ਨੂੰ ਮੈਂ ਪੰਜਾਬੀ ਵਿੱਚ ਹੀ ਬੋਲਾਂਗੀ, ਕਿਉਂਕਿ ਜਿਹੜੀ ਕਹਾਣੀ ਜਾਂ ਜਿਹੜੀ ਤੁਹਾਡੀ ਸਟੋਰੀ ਹੈ ਉਹ ਆਪਣੀ ਭਾਸ਼ਾ ਵਿੱਚ ਦੱਸੀ ਜਾਵੇ ਤਾਂ ਸ਼ਾਇਦ ਸੁਣਨ ਵਾਲਿਆਂ ਨੂੰ ਜ਼ਿਆਦਾ ਸਮਝ ਆਉਂਦੀ ਹੈ, ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੋਵੇ। ਮੇਰੇ ਪਾਪਾ ਜੀ ਕੋਲ, ਅਸੀਂ ਪਾਪਾ ਜੀ ਕਹਿੰਦੇ ਸੀ ਉਹਨਾਂ ਨੂੰ, ਹੁਣ ਤਾਂ ਪਾਪਾ ਜੀ ਹੀ ਕਿਹਾ ਹੋਣਾ ਕਿ ਮੈਨੂੰ ਨਹੀਂ ਲੱਗਦਾ ਮੈਂ ਕੀ ਕਿਹਾ ਹੋਣਾ ਉਦੋਂ, ਜਦੋਂ ਮੈਂ 5 ਸਾਲ ਪਹਿਲਾਂ ਉਹਨਾਂ ਨੂੰ ਮਿਲਣ ਗਈ ਸੀ। ਪਾਪਾ ਜੀ ਕਿਹਾ ਹੋਣਾ ਸ਼ਾਇਦ, ਯਾਦ ਵੀ ਨਹੀਂ ਆ ਰਿਹਾ। ਪਰ ਇੱਕ ਸਟੋਰੀ ਤਾਂ ਅਸੀਂ ਆਪਸ 'ਚ ਸਾਂਝੀ ਵੀ ਕੀਤੀ ਸੀ, ਜਿਸ 'ਚ ਹਨੇਰੀ ਆ ਗਈ ਸੀ ਅਤੇ ਮੇਰੇ ਪਾਪਾ ਜੀ ਮੈਨੂੰ ਬਾਜ਼ਾਰ ਜੁੱਤੀਆਂ ਦਿਲਾਉਣ ਗਏ ਸੀ। ਕਦੇ ਉਹ ਸ਼ਾਪਿੰਗ ਕਰਾਉਂਦੇ, ਆਪਣੇ ਬੱਚਿਆਂ ਨੂੰ ਬੜੇ ਮਜ਼ੇ ਲੈਂਦੇ ਸੀ ਅਤੇ ਮੈਂ ਹੀ ਜਾਂਦੀ ਸੀ ਮੋਸਟਲੀ। ਸਾਰੇ ਬੱਚਿਆਂ ਨੂੰ ਲਿਜਾਣਾ ਤਾਂ ਸੰਭਵ ਨਹੀਂ ਹੁੰਦਾ ਸੀ ਅਤੇ ਸ਼ਾਇਦ ਉਦੋਂ ਮੇਰਾ ਭਰਾ ਵੀ ਸੀਗਾ ਜਦੋਂ ਦੀ ਇਹ ਕਹਾਣੀ ਮੈਂ ਸੁਣਾਉਣ ਲੱਗੀ ਹਾਂ। ਅਤੇ ਦੋਨਾਂ ਨੂੰ ਛੱਡ ਕੇ ਮਾਂ ਤਾਂ ਚਲੀ ਗਈ ਆਪਣੇ ਮੰਮੀ ਨੂੰ ਮਿਲਣ ਵਾਸਤੇ, ਆਪਣੀ ਅੰਮਾ ਨੂੰ ਮਿਲਣ ਵਾਸਤੇ, ਪਰ ਬੱਚਿਆਂ ਦੀ ਕਦੇ ਯਾਦ ਵੀ ਨਹੀਂ ਆਈ ਹੋਣੀ। 10 ਦਿਨ ਹੋ ਗਏ ਸੀ, ਸ਼ਾਇਦ 5 ਦਿਨ ਹੋ ਗਏ ਸੀ, ਪਤਾ ਨਹੀਂ ਕੋਈ ਜ਼ਰੂਰੀ ਕੰਮ ਜਾਣਾ ਹੋਣਾ। ਐਵੇਂ ਤਾਂ ਕੋਈ ਮਾਂ ਨਹੀਂ ਜਾਂਦੀ ਆਪਣੀ ਮਾਂ ਨੂੰ ਮਿਲਣ ਵਾਸਤੇ। ਸ਼ਾਇਦ 2-4 ਦਿਨ ਲਈ ਗਈ ਹੋਣੀ, ਮੈਨੂੰ ਯਾਦ ਨਹੀਂ ਹੈ, ਮੈਂ ਪੁੱਛ ਵੀ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਕਿਹੜਾ ਯਾਦ ਹੋਣਾ ਹੁਣ ਤੱਕ। ਆਪਣੀ ਮਾਂ ਨੂੰ ਪੁੱਛਣ ਦਾ ਵੀ ਕੀ ਫਾਇਦਾ, ਪਰ ਮੈਂ ਸ਼ੇਅਰ ਜ਼ਰੂਰ ਕਰਾਂਗੀ। ਉਹਨਾਂ ਕੋਲ ਸਾਈਕਲ ਹੁੰਦਾ ਸੀ ਅਤੇ ਉਹ ਕਿਸੇ ਦੀ ਸ਼ਾਦੀ ਵਿੱਚ ਚਲੇ ਗਏ। ਸਾਨੂੰ ਦੋਨਾਂ ਨੂੰ ਘਰ ਹੀ ਰੱਖ ਕੇ ਚਲੇ ਗਏ ਵੀ ਇਹ ਵੱਡੀ ਭੈਣ ਛੋਟੀ ਭੈਣ ਨਾਲ ਰਹਿ ਲੂਗੀ, 2-3 ਘੰਟੇ ਦੀ ਤਾਂ ਗੱਲ ਹੈ, ਮੈਂ ਆ ਜਾਊਂਗਾ ਹੁਣੇ। ਅਤੇ ਉਹ ਸਾਨੂੰ ਰਾਤ ਨੂੰ ਛੱਡ ਕੇ ਚਲੇ ਗਏ, ਬੰਦ ਕਰਕੇ ਘਰ ਵਿੱਚ ਤਾਲਾ ਲਗਾ ਕੇ ਚਲੇ ਗਏ। ਅਤੇ ਮੈਨੂੰ ਯਾਦ ਵੀ ਨਹੀਂ ਹੈ ਕਿ ਰੋਟੀ ਖਿਲਾ ਕੇ ਗਏ ਸੀ ਕਿ ਇੱਦਾਂ ਹੀ ਛੱਡ ਗਏ ਸੀ। ਇੰਨਾ ਕੁ ਤਾਂ ਉਹ ਕਰ ਲੈਂਦੇ ਹੋਣੇ ਸ਼ਾਇਦ ਕਿ ਬੱਚਿਆਂ ਨੂੰ ਕੁਛ ਨਾ ਕੁਛ ਰੋਟੀ ਪਾਣੀ ਖਿਲਾਈ ਦਿੰਦੇ ਹੋਣੇ, ਕਿਸ ਤਰ੍ਹਾਂ ਕਿਸੇ ਤੋਂ ਲਿਆ ਕੇ, ਪਤਾ ਨਹੀਂ, ਯਾਦ ਹੀ ਨਹੀਂ ਆ ਰਿਹਾ ਕਿਸ ਦੇ ਭਰੋਸੇ ਛੱਡ ਕੇ ਗਏ ਸੀ। ਜਦ ਕਿ ਸਾਡੀ ਦਾਦੀ ਵੀ ਹੁੰਦੀ ਸੀ ਉਦੋਂ, ਦਾਦੀ ਕੋਲ ਹੀ ਛੱਡ ਜਾਂਦੇ ਕਿ ਮੈਂ ਸ਼ਾਦੀ 'ਚ ਜਾਣਾ, ਇਹਨੂੰ ਅੱਜ ਦਾ ਦਿਨ ਰੱਖ ਲਿਆ। ਉਦੋਂ ਮੇਰੀ ਦਾਦੀ ਵੀ ਸੀ, ਬਾਬਾ ਵੀ, ਚਾਚਾ ਵੀ ਸੀ,
ਤੇ ਉਹ ਸਾਨੂੰ ਇਕੱਲਿਆਂ ਨੂੰ ਹੀ ਛੱਡ ਕੇ ਚਲੇ ਗਏ। ਰਾਤ ਦੇ ਸ਼ਾਇਦ 9-10 ਵੱਜ ਗਏ, ਸਾਡੇ ਭਾਣੇ ਤਾਂ ਪਤਾ ਨਹੀਂ 12 ਹੀ ਵੱਜ ਗਏ। ਅਤੇ ਅਸੀਂ ਇੰਤਜ਼ਾਰ ਕੀਤਾ, ਸਾਨੂੰ ਕਹਿ ਕੇ ਉਹਨੇ ਮੈਂ ਹੁਣੇ ਆਉਂਦਾ, ਵੀ ਸ਼ਾਦੀ ਅਟੈਂਡ ਕਰਨੀ ਹੁੰਦੀ ਹੈ ਜਦ ਕੋਈ ਦੋਸਤ ਬੁਲਾਉਂਦਾ ਹੈ ਤਾਂ ਅਸੀਂ ਛੱਡ ਕੇ ਚਲੇ ਗਏ। ਅਸੀਂ ਦੋਨੇ ਭੈਣਾਂ ਘਰ ਵਿੱਚ, ਬੰਦ ਘਰ ਵਿੱਚ, ਮੈਨੂੰ ਪਤਾ ਹੈ ਤਾਲਾ ਵੀ ਲਗਾ ਕੇ ਗਏ ਸੀ ਬਾਹਰੋਂ। ਅਤੇ ਅਸੀਂ ਨਾ ਉੱਚੀ ਉੱਚੀ ਰੋਣ ਲੱਗ ਗਈਆਂ ਦੋਨੋਂ ਹੀ। ਅਤੇ ਉਹਨਾਂ ਨੂੰ ਪਤਾ ਨਹੀਂ ਸਾਡੀ ਰੋਣ ਦੀ ਆਵਾਜ਼ 10-15 ਮੀਲ ਹੋਣਾ ਜਾਂ 5-6 ਮੀਲ ਹੋਣਾ ਜਿੱਥੇ ਉਹ ਗਏ ਹੋਣੇ, ਸਾਨੂੰ ਲੈ ਕੇ ਗਏ ਸੀ। ਫਿਰ ਮੈਂ ਅੱਗੇ ਦੀ ਕਹਾਣੀ ਵੀ ਦੱਸਾਂਗੀ। ਅਤੇ ਅਸੀਂ ਦੋਨੋਂ ਉੱਚੀ ਉੱਚੀ ਰੋਣ ਲੱਗ ਗਈਆਂ। ਬੰਦ ਘਰ ਵਿੱਚ ਸਾਡੀ ਆਵਾਜ਼ ਵੀ ਪੜੋਸੀਆਂ ਨੂੰ ਸੁਣੀ ਨਹੀਂ ਹੋਣੀ। ਪੜੋਸੀ ਸਾਡੇ ਉਦੋਂ ਸ਼ਾਇਦ ਸਵਿਤਰੀ ਹੋਣੀ ਸੀਗੇ, ਅਤੇ ਸਵਿਤਰੀ ਹੋਣੀ ਰਹਿੰਦੇ ਸੀ ਉਦੋਂ, ਅਤੇ ਉਹਨਾਂ ਦੇ ਘਰ ਵਿੱਚ ਰੱਖ ਕੇ ਜਾ ਸਕਦੇ ਸੀ। ਪਰ ਕਿੰਨੇ ਸਮਝਦਾਰ ਸੀ, ਕਿਸੇ ਨੂੰ ਆਪਣੀ ਬੇਟੀਆਂ ਨਹੀਂ ਦਿੱਤੀਆਂ ਉਹਨਾਂ ਨੇ ਥੋੜ੍ਹੇ ਜਿਹੇ ਘੰਟੇ ਵਾਸਤੇ ਵੀ। ਇੰਨਾ ਕਿਹੜਾ ਜ਼ਰੂਰੀ ਸੀਗਾ ਜਾਣਾ ਬੱਚਿਆਂ ਨੂੰ ਛੱਡ ਕੇ, ਅਤੇ ਉਹ ਕਿਸੇ ਨੂੰ ਨਹੀਂ ਦੱਸ ਕੇ ਗਏ। ਅਸੀਂ ਉੱਚੀ ਉੱਚੀ ਰੋ ਰਹੀਆਂ। ਆਪ ਤਾਲਾ ਲੱਗਿਆ ਹੋਇਆ ਤਾਂ ਕੋਈ ਸੁਣ ਵੀ ਲਏਗਾ ਆਵਾਜ਼ ਤਾਂ ਕਿਵੇਂ ਆਏਗਾ, ਘਰ 'ਚ ਆ ਹੀ ਨਹੀਂ ਸਕਦਾ। ਉਹ ਬਾਹਰੋਂ ਤਾਂ ਤਾਲਾ ਲੱਗਿਆ ਹੋਇਆ, ਤਾਂ ਕੋਈ ਖਿੜਕੀ 'ਚੋਂ ਵੀ ਅਸੀਂ ਦੇਖ ਕੇ ਕਿਸੇ ਨੂੰ ਕਿਹਾ ਨਹੀਂ ਵੀ ਸਾਨੂੰ ਕੱਢੋ ਇੱਥੋਂ, ਸਾਡੇ ਪਾਪਾ ਜੀ ਸਾਨੂੰ ਛੱਡ ਕੇ ਚਲੇ ਗਏ ਜਾਂ ਕਿੱਥੇ ਗਏ। ਇੰਨੇ ਤਾਂ ਸਮਝ ਸੀਗੀ ਕਿ ਉਹ ਕੰਮ ਗਏ ਆ ਕਿਸੇ। ਅਤੇ ਉਹ ਫਿਰ ਨਾ ਉਹਨਾਂ ਨੂੰ ਜਿਵੇਂ ਸਾਡੀ ਰੋਣ ਦੀ ਆਵਾਜ਼ 5-6 ਮੀਲ ਜਿੱਥੇ ਵੀ ਗਏ ਹੋਣੇ ਚਲੀ ਗਈ। ਇਸ ਤਰ੍ਹਾਂ ਹੁੰਦਾ ਨਾ ਕਿ ਆਪਣੇ ਮਾਂ ਬਾਪ ਸਾਡੀ ਕੋਈ ਵੀ ਉਹਨਾਂ ਦੀ ਫੀਲਿੰਗ ਨੂੰ ਸਮਝ ਸਕਦੇ ਹਾਂ। ਅਤੇ ਉਹ ਨਾ ਘਰ ਆ ਗਈ। ਅਸੀਂ ਉੱਚੇ ਉੱਚੇ ਹੋਰ ਵੀ ਰੋਣਾ ਸ਼ੁਰੂ ਕਰਤਾ। ਉਹਨਾਂ ਨੇ ਚੁੱਪ ਕਰਾਇਆ ਦੋਨਾਂ ਨੂੰ। ਮੈਨੂੰ ਦੇਖ ਕੇ ਬੱਬੂ ਵੀ ਰੋਣ ਲੱਗ ਗਈ, ਅਤੇ ਅਸੀਂ ਦੌੜਾ ਮਾਰ ਕੇ ਰੋ ਰਹੀਆਂ। ਅਤੇ ਪਾਪਾ ਜੀ ਕਹਿੰਦੇ ਕੀ ਹੋਇਆ ਕੀ ਹੋਇਆ। ਮੈਂ ਆ ਤਾਂ ਰਿਹਾ ਸੀ, ਪਤਾ ਨਹੀਂ ਕੀ ਕਿਹਾ ਹੋਣਾ, ਇੰਨੇ ਸ਼ਬਦ ਤਾਂ ਯਾਦ ਨਹੀਂ ਆ ਰਹੇ। ਪਰ ਉਹ ਸਾਨੂੰ ਦੋਨਾਂ ਨੂੰ ਨਾਲ ਲੈ ਕੇ ਫਿਰ ਚਲੇ ਗਏ। ਫਿਰ ਸਾਈਕਲ 'ਤੇ ਸਾਨੂੰ ਦੋਨਾਂ ਨੂੰ ਅੱਗੇ ਬਿਠਾ ਲੈਂਦੇ ਸੀ, ਉਹ ਦੋਨਾਂ ਨੂੰ ਬਿਠਾ ਲੈਂਦੇ ਸੀ ਅੱਗੇ, ਕਿਉਂਕਿ ਪਿੱਛੇ ਬਿਠਾ ਕੇ ਇੰਨੀ ਸੇਫਟੀ ਨਹੀਂ ਹੁੰਦੀ ਨਾ, ਤਾਂ ਦੋਨਾਂ ਨੂੰ ਡੰਡੇ 'ਤੇ ਬਿਠਾ ਲੈਂਦੇ ਸੀਗੇ, ਤੋਲੀਆ ਬੰਨ੍ਹ ਕੇ। ਪਤਾ ਨਹੀਂ ਕਿੱਦਾਂ ਬਿਠਾਉਂਦੇ ਹੋਣੇ। ਸਾਨੂੰ ਲੈ ਕੇ ਚਲੇ ਗਏ। ਉਹ ਸਵਾਰੀ ਜਿਹੜੀ ਹੁੰਦੀ ਹੈ ਨਾ ਸਾਈਕਲ 'ਤੇ ਅੱਗੇ ਬੈਠਣ ਦੀ ਫਾਦਰ ਦੇ, ਉਹ ਸਵਾਰੀ ਸ਼ਾਇਦ ਕਾਰ ਵਿੱਚ ਵੀ ਪਸੰਦ ਨਾ ਆਵੇ। ਹੁਣ ਪਿੱਛੇ ਅਸੀਂ ਛੋਟੇ ਹੋ ਜਾਈਏ ਤਾਂ ਉਹ ਸਵਾਰੀ ਸਭ ਤੋਂ ਵਧੀਆ ਹੁੰਦੀ ਹੈ। ਅਤੇ ਨਾ ਉਹ ਲੈ ਕੇ ਗਏ ਤਾਂ ਅਸੀਂ ਨਾਲ ਹੀ ਚਲੇ ਗਏ। ਅਤੇ ਉੱਥੇ ਉਹਨਾਂ ਨੇ ਸਾਨੂੰ ਖਾਣਾ ਖਿਲਾਇਆ, ਕਿਉਂਕਿ ਸ਼ਾਦੀ ਸੀਗੀ ਕਿਸੇ ਦੀ, ਖਾਣਾ ਵੀ ਖਿਲਾਇਆ। ਅਤੇ ਫਿਰ ਸਾਨੂੰ ਵਾਪਸ ਲੈ ਕੇ ਆਏ। ਅਤੇ ਅਗਲੇ ਦਿਨ ਸ਼ਾਇਦ ਵੀ ਜੀ ਆ ਗਏ ਹੋਣੇ, ਮੈਨੂੰ ਕੀ ਪਤਾ ਅਗਲੇ ਦਿਨ ਆਏ ਹੋਣੇ ਕਿ 2-4 ਦਿਨ ਬਾਅਦ ਆਏ ਹੋਣੇ, ਮੈਨੂੰ ਨਹੀਂ ਯਾਦ। ਅਤੇ ਕਿਵੇਂ ਉਹ ਸ਼ਾਇਦ ਆਫਿਸ 'ਚ ਕੰਮ ਕਰਦੇ ਸੀਗੇ, 5 ਵਜੇ ਛੁੱਟੀ ਹੋ ਜਾਂਦੀ ਸੀ। ਅਤੇ ਅਸੀਂ ਛੋਟੇ ਛੋਟੇ, ਸ਼ਾਇਦ ਮੈਂ ਸਕੂਲ ਵੀ ਜਾਂਦੀ ਸੀ, ਪਤਾ ਨਹੀਂ ਕਿੰਨੀ ਛੋਟੀ ਹੋਣੀ, ਮੈਨੂੰ ਯਾਦ ਹੀ ਨਹੀਂ ਹੈ। ਪਰ ਦੋਨਾਂ ਭੈਣਾਂ ਨੂੰ ਛੱਡ ਕੇ ਸਾਡੀ ਮਾਂ ਪੰਬਾਲੇ ਚਲੀ ਗਈ। ਕਿਉਂ ਗਈ ਮੈਨੂੰ ਹੁਣ ਤੱਕ ਪੁੱਛਣਾ ਚਾਹੀਦਾ ਕਿਉਂ ਗਈ ਸੀ ਤੂੰ। ਅਤੇ ਬਈ ਹਰ ਇੱਕ ਬੰਦੇ ਦੀ ਆਪਣੀ ਕਹਾਣੀ ਹੁੰਦੀ ਹੈ ਮੈਰਿਡ ਲਾਈਫ ਦੀ, ਕਿ ਕਿਉਂ ਗਏ ਹੋਣੀ, ਕਿ ਪਤਾ ਨਹੀਂ ਕਿਸ ਤਰ੍ਹਾਂ ਦੀ ਮਤਲਬ ਹਾਰਮੋਨਸ ਹੋਣੇ ਕਿ ਆਪੇ ਸਾਂਭ ਲਾ ਆਪਣੇ ਬੇਟੀਆਂ ਨੂੰ, ਮੈਂ ਜਾ ਰਹੀ ਹਾਂ। ਕਿੱਦਾਂ ਗਏ ਹੋਣੀ, ਕਿ ਅੱਛੇ ਲਈ ਗਏ ਹੋਣੀ ਕਿ ਮਿਲਣ ਗਏ ਹੋਣੀ, ਕੋਈ ਮਜਬੂਰੀ ਹੋਣੀ। ਵੈਸੇ ਤਾਂ ਨਹੀਂ ਜਾ ਸਕਦੀ। ਮੰਮੀ ਸਾਨੂੰ ਬਹੁਤ ਪਿਆਰ ਕਰਦੀ ਸੀ, ਸਾਨੂੰ ਕਦੇ ਵੀ ਇਹ ਫੀਲ ਨਹੀਂ ਹੋਇਆ ਕਿ ਅਸੀਂ ਲੜਕੀਆਂ ਹੈਗੀਆਂ ਜਾਂ ਫਿਰ ਸਾਨੂੰ ਕੁਝ ਖਾਣ ਨੂੰ ਨਾ ਮਿਲੇ, ਸਾਨੂੰ ਕੁਝ ਪਹਿਨਣ ਨੂੰ ਨਾ ਮਿਲੇ। ਸਾਰਾ ਕੁਛ ਮਾਂ ਸਾਡੇ ਲਈ ਵੀ ਉਹੀ ਕੁਛ ਕਰਦੀ ਸੀ ਜਿਹੜੇ ਸਾਡੇ ਭਾਈਆਂ ਲਈ ਕਰਦੀ ਸੀ। ਅਤੇ ਉਹ ਸਾਨੂੰ ਮੈਨੂੰ ਇਹ ਘਟਨਾ ਯਾਦ ਆ ਗਈ, ਮੈਂ ਸਾਰੀ ਸ਼ੇਅਰ ਕਰ ਲਈ, 2 ਪਾਰਟਸ ਵਿੱਚ ਭੇਜੂੰਗੀ, ਤੁਹਾਨੂੰ ਬੜੀ ਹੱਸੀ ਆਊਗੀ। ਪਰ ਮੈਨੂੰ ਪੂਰੀ ਤਰ੍ਹਾਂ ਸਟੋਰੀ ਯਾਦ ਹੈ ਤਾਂ ਹੀ ਮੈਂ ਸ਼ੇਅਰ ਕੀਤੀ। ਅਤੇ ਬਹੁਤ ਅੱਛੀ ਲੱਗਾ ਮੈਨੂੰ ਸ਼ੇਅਰ ਕਰਕੇ, ਕਿਉਂਕਿ ਸਾਡੀ ਮੈਮਰੀ 'ਚ ਜਿਹੜੀਆਂ ਚੀਜ਼ਾਂ ਹੁੰਦੀਆਂ, ਹੁਣ ਤੁਹਾਡੀ ਮੈਮਰੀ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਜਿਹੜੀਆਂ, ਕਿਉਂਕਿ ਮੈਂ ਆਪਣੇ ਭਰਾਵਾਂ ਨੂੰ ਵੀ ਰੱਖ ਲੈਂਦੀ ਸੀਗੀ ਵੀ ਜਿਹਨੇ ਜਾਣਾ ਹੋਏ ਤਾਂ ਮੈਂ ਸਾਰੇ ਪਰਿਵਾਰ ਨੂੰ ਕੇਅਰ ਕਰ ਲੈਂਦੀ ਸੀਗੀ। ਮੈਨੂੰ ਹਾਲੇ ਤੱਕ ਯਾਦ ਹੈ ਕਿ ਬਿੱਟੂ ਵੀ ਸ਼ਾਇਦ ਛੋਟੇ ਰਾਜੇ ਨੂੰ ਲੈ ਕੇ ਜਾਂਦੀ ਸੀ, ਉਹ ਬਾਕੀ ਤਿੰਨਾਂ ਨੂੰ ਛੱਡ ਜਾਂਦੀ ਸੀ ਮੇਰੇ ਭਰੋਸੇ ਕਿ ਰੋਟੀ ਬਣਾ ਲੂਗੀ, ਬੱਚਿਆਂ ਨੂੰ ਇਹ ਰੋਟੀ ਖਿਲਾ ਵੀ ਦਊਗੀ ਬਣਾ ਕੇ, ਕਿਉਂਕਿ ਮੈਨੂੰ ਸਾਰਾ ਕੰਮ 12 ਸਾਲ ਤੋਂ ਹੀ ਆਉਂਦਾ ਸੀ ਕਰਨਾ। ਰੋਟੀ ਬਣਾਉਣੀ, ਸਬਜ਼ੀ ਬਣਾਉਣੀ, ਆਟਾ ਗੁੰਨਣਾ, ਸਫਾਈ ਕਰਨੀ, ਕੱਪੜੇ ਧੋਣੇ, ਮੈਨੂੰ ਸਾਰਾ ਕੁਛ 12-13 ਸਾਲ 'ਚ ਆ ਗਿਆ ਸੀ। ਅਤੇ ਮੈਂ ਪੂਰਾ ਮੇਰੇ ਘਰ ਭਰੋਸੇ ਛੱਡ ਕੇ
ਸਾਡੀ ਮਾਂ ਆਪਣੇ ਮਾਇਕੇ ਚਲੀ ਜਾਂਦੀ ਸੀਗੀ। ਫਿਰ ਸਾਡੀ ਲੜਾਈ ਹੁੰਦੀ ਕਿ ਤੁਸੀਂ ਤਾਂ ਕਹਿ ਕੇ ਗਏ ਸੀ 4 ਦਿਨ ਨੂੰ ਆ ਜਾਊਂਗੀ, ਅੱਜ 6 ਦਿਨ ਹੋ ਗਏ, ਅੱਜ 7 ਦਿਨ ਹੋ ਗਏ। ਅਤੇ ਮੈਂ ਹਾਰ ਵੀ ਜਾਂਦੀ ਸੀ, ਸਕੂਲ ਵੀ ਜਾਂਦੀ ਸੀ ਸਵੇਰੇ ਆ ਕੇ ਮੈਂ ਸਾਰਾ ਕੰਮ ਫੇਰ ਕਰ ਲੈਂਦੀ ਸੀ, ਕਿਉਂਕਿ ਬੱਬੂ ਵੀ ਬਹੁਤ ਛੋਟੀ ਸੀਗੀ, ਉਹਨੂੰ ਨਹੀਂ ਸੀ ਆਉਂਦਾ ਕਰਨਾ, ਅਤੇ ਮੈਂ ਸਾਰਿਆਂ ਨੂੰ ਸੰਭਾਲ ਲੈਂਦੀ ਸੀਗੀ। ਅਤੇ ਹੁਣ ਮੇਰਾ ਕੰਮ ਨਹੀਂ ਪੂਰਾ ਹੁੰਦਾ, मैं कल ही अपना काम नहीं कर सकती। देखो मैं दिखाऊँ, ये पेंटिंग मैंने बनाई थी, बहुत सुंदर बनाई थी मैंने, काफ़ी टाइम लगाया था इसको, लेकिन मेरे को फ्रेम नहीं मिला था। फिर मैंने ना दूसरी पेंटिंग इसमें से निकाल के तो इसमें लगा दी। मेरे को ना बड़ा शौक आता था कभी कभी, मैंने अब नहीं बनाई बहुत दिनों से, मेरे से बनती नहीं है अब, तो मैं ऐसे पौधे पौधे लगाती रहती हूँ। तो ये मेरी बहुत फास्ट कहूँगी, बहुत मेरी गूढ़ी मेमोरी है जो मैं बहुत दिनों से शेयर करना चाहती थी, तो मैंने कर दी। फिर कभी कभी मुझे कहानियाँ सुनाने की ना, बड़ी अपनी रियल स्टोरी सुनाने की ना एडिक्शन हो जाती है।